ਬਾਬਾ ਫਰੀਦ ਜੀ ਨੇ ਇੱਕ ਬਹੁਤ ਹੀ ਸੋਹਣੀ ਵਿਚਾਰ ਸਾਡੇ ਸਾਹਮਣੇ ਰੱਖੀ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ। ਹੁਣ ਇਹ ਗੱਲ ਗੁਰਬਾਣੀ ਕਹਿੰਦੀ ਹੈ ਕਿ ਤੂੰ ਬੁਰੇ ਦਾ ਭਲਾ ਕਰ, ਦੇਖ ਕੇ ਅੰਡਟ ਕਰ। ਆਪਾਂ ਅਰਦਾਸ ਵਿੱਚ ਵੀ ਇਸ ਗੱਲ ਨੂੰ ਦੁਹਰਾਉਂਦੇ ਹਾਂ। ਪਰ ਕੀ ਅਸੀਂ ਬੁਰੇ ਦੇ ਨਾਲ ਕਦੀ ਭਲਾ ਕਰ ਸਕਦੇ ਹਾਂ? ਕਿ ਅਸੀਂ ਜੇ ਕੋਈ ਸਾਡੇ ਨਾਲ ਬੁਰਾ ਕਰੇ ਤੇ ਸਾਡੇ ਅੰਦਰ ਭਾਵਨਾ ਜਾਗਰਤ ਹੁੰਦੀ ਹੈ ਕਿ ਅਸੀਂ ਉਹਦੇ ਨਾਲ ਭਲਾ ਕਰੀਏ? ਅਸੀਂ ਤਾਂ ਕਹਾਂਗੇ ਕੋਈ ਸਾਡੇ ਨਾਲ ਬੁਰਾ ਕਰਦਾ ਹੈ ਤੇ ਅਸੀਂ ਉਹਦੇ ਨਾਲ 2 ਵਾਰੀ ਬੁਰਾ ਕਰਾਂਗੇ। ਜੇ ਕੋਈ ਸਾਡੇ ਉੱਤੇ ਹਮਲਾਵਰ ਹੁੰਦਾ ਹੈ ਤੇ ਅਸੀਂ ਉਹਦਾ ਜਵਾਬ ਦੇਵਾਂਗੇ, ਅਸੀਂ ਵੀ ਉਹਦੇ ਨਾਲ 2 ਹੱਥ ਕਰਾਂਗੇ। ਪਰ ਫਰੀਦ ਸਾਹਿਬ ਜੀ ਕਹਿ ਰਹੇ ਨੇ ਬੁਰੇ ਦਾ ਭਲਾ ਕਰ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਹੇ ਮਨੁੱਖ, ਜੇ ਤੂੰ ਰੱਬੀ ਰਾਹ ਤੇ ਤੁਰਨਾ ਚਾਹੁੰਦਾ ਹੈ ਤੇ ਰੱਬੀ ਰਾਹ ਤੇ ਕੇਵਲ ਤਾਂ ਕੇਵਲ ਪ੍ਰੇਮ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਤਾਂ ਇਸ ਕਰਕੇ ਫਰੀਦ ਸਾਹਿਬ ਕਹਿੰਦੇ ਨੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਤੈਨੂੰ, ਫਿਰ ਤਨ ਦੇ ਰੋਗ ਨਹੀਂ ਲੱਗਣਗੇ। ਅੱਜ ਜੋ ਤਨ ਦੇ ਰੋਗ ਅਸੀਂ ਵੇਖ ਰਹੇ ਹਾਂ, ਤਨ ਦੇ ਰੋਗ ਦੇ ਨਾਲੋਂ ਇਨਸਾਨ ਮਨ ਦੇ ਰੋਗ ਤੋਂ ਜ਼ਿਆਦਾ ਪੀੜਤ ਹੈ। ਜੋ ਇਹ ਬਲੱਡ ਪ੍ਰੈਸ਼ਰ ਔਰ ਮਾਨਸਿਕ ਰੋਗ ਜਿਹੜੇ ਨੇ ਉਹ ਕੇਵਲ ਮਨ ਦੇ ਨੇ। ਮਨ ਕਰਕੇ ਇਨਸਾਨ ਰੋਗੀ ਹੋਇਆ ਪਿਆ। ਤਾਂ ਫਰੀਦ ਸਾਹਿਬ ਜੀ ਨੇ ਅੱਜ ਤੋਂ ਤਕਰੀਬਨ 13ਵੀਂ ਸਦੀ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ, ਤੈਨੂੰ ਤਨ ਦਾ ਰੋਗ ਨਹੀਂ ਲੱਗੇਗਾ ਜੇ ਤੂੰ ਆਪਣੇ ਅੰਦਰੋਂ ਕਿਸੇ ਦੇ ਨਾਲ ਈਰਖਾ ਛੱਡ ਦੇਵੇਂ, ਬਦਲੇ ਦੀ ਭਾਵਨਾ ਨੂੰ ਤਿਆਗ ਦੇਵੇਂ। ਜਦੋਂ ਤੂੰ ਬਦਲੇ ਦੀ ਭਾਵਨਾ ਰੱਖੇਗਾ ਤੇ ਆਪਣੇ ਹੀ ਈਰਖਾ ਦੇ ਵਿੱਚ ਸੜਦਾ ਹੋਇਆ ਆਪਣੇ ਗੁਣਾਂ ਦਾ ਨਾਸ਼ ਕਰਕੇ ਬੈਠਣਾ। ਤਾਂ ਫਰੀਦ ਸਾਹਿਬ ਜੀ ਕਹਿੰਦੇ ਨੇ ਵੀ ਨਹੀਂ, ਈਰਖਾ ਨਹੀਂ ਕਰਨੀ। ਈਰਖਾਲੂ ਬੰਦੇ ਦੀ ਨਿਸ਼ਾਨੀ ਇਹ ਹੈ ਕਿ ਉਹ ਕਦੀ ਵੀ ਟਿਕ ਕੇ ਨਹੀਂ ਬਹਿੰਦਾ, ਉਹ ਹਮੇਸ਼ਾ ਹੀ ਇੱਧਰ ਉੱਧਰ ਭਟਕਦਾ ਰਹੇਗਾ, ਕਿਉਂਕਿ ਉਹ ਕਿਸੇ ਦੇ ਸੁੱਖ ਨੂੰ ਨਹੀਂ ਵੇਖ ਸਕਦਾ। ਸੁੱਖ ਉਸ ਨੂੰ ਬਰਦਾਸ਼ਤ ਨਹੀਂ ਹੁੰਦੇ ਕਿ ਇਹ ਫਲਾਣਾ ਬੰਦਾ ਕਿਵੇਂ ਮੇਰੇ ਤੋਂ ਸੁਖੀ ਹੋ ਗਿਆ। ਤਾਂ ਇਸ ਤਰ੍ਹਾਂ ਆਪਾਂ ਨੂੰ ਗੁਰੂ ਇਤਿਹਾਸ ਦੇ ਵਿੱਚ ਵੀ ਕਈ ਸਾਖੀਆਂ ਮਿਲ ਜਾਂਦੀਆਂ ਨੇ ਕਿ ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਵੱਡੇ ਭਰਾਤਾ ਪ੍ਰਿਥੀ ਚੰਦ, ਜਿਹੜੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁੱਖ ਬਰਦਾਸ਼ਤ ਨਹੀਂ ਕਰਦੇ ਔਰ ਵਿਉਂਤਾਂ ਘੜਦੇ ਰਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਗੁਰਤਾ ਗਤੀ ਨੂੰ ਮੈਂ ਹਾਸਲ ਕਰਾਂ, ਕਿਉਂਕਿ ਇਤਨੇ ਜੋਗੇ ਆਪ ਨਹੀਂ ਸਨ। ਪਰ ਆਪਣੇ ਭਰਾਤਾ ਨੂੰ ਵੇਖ ਕਰਕੇ, क्योंकि बीबी भानी दी एक आसीस सी कि पूता माता की आसीस निमख ना बिसरो तुमको, हर हर सदा भजो जगदीश। इस गल नूं गुरु अर्जन देव महाराज जी ने पल्ले बन्निया ते अपने पिता धन श्री गुरु रामदास महाराज जी की सेवा दे विच तत्पर रहे, उन्हां दे हुक्म नूं मन्निया ते गुरता गद्दी ते आप जी विराजमान होए। ते भट्टां नूं भी कहना पिया कि गुरु अर्जन प्रतख हर, उस हरि दी मूरत हन गुरु अर्जन देव महाराज। पर ऐसे हरि दी मूरत दे नाल ये वड्डा भरा जिहड़ा सी ये ईर्खा करदा है और ईर्खा दी अग्नि दे विच इतना सड़ चुका है कि इसने सारे उपराले करके वेख लै, लंगर बंद करवाउण दी कोशिश कीती, गुरु हरगोबिंद साहब महाराज नूं जान तो खत्म करने वास्ते इसने कई तरह के प्रपंच कीते। कदी खडौने नूं खिडावे नूं ले आया, कदी दाई नूं थना ते दुध लवा करके गुरु हरगोबिंद साहब महाराज नूं पिलाउणा चाहिया, कदी किसी साथी नूं जेब दे विच मठियाई दे करके गुरु हरगोबिंद साहब जी नूं जान तो खत्म करने की कोशिश की। पर सतगुरु जी हर वारी उस अकाल पुरख महाराज की कृपा दे नाल जिहड़ा है सदा ही सुरक्षित रहे। आज ਪ੍ਰਿਥੀ ਚੰਦ इतना सड़ चुका है कि सुली खान नूं एक हाकम नूं गुरु अर्जन देव महाराज दे घर नूं साड़न वास्ते चल पिया। और जिथे ਪ੍ਰਿਥੀ चंद ईर्खा दी अग विच सड़ रहा, उत्थे सुली खान भी क्रोध दी अगन दे विच सड़िया होया ते लोभ दा ग्रसिया होया, क्योंकि मैनू ਪ੍ਰਿਥੀ ਚੰਦ तो कुछ ना कुछ प्राप्त होएगा।
ਤਾਂ ਇਹ ਇਤਨਾ ਅਫਸਰ ਗਿਆ ਕਿ ਇਸ ਨੇ ਪ੍ਰਿਥੀ ਚੰਦ ਦੇ ਉਸ ਭੱਠੇ ਨੂੰ ਵੇਖਣ ਵਾਸਤੇ ਕੋਈ ਸਤਿਕਰਤਾ ਨਾ ਵਰਤੀ, ਸਾਵਧਾਨਤਾ ਨਾ ਵਰਤੀ, ਤੇ ਘੋੜੇ ਦੇ ਉੱਤੇ ਹੀ ਬੈਠ ਕਰਕੇ ਉਹ ਭੱਠਾ ਵੇਖਣ ਚਲਾ ਗਿਆ। ਘੋੜਾ ਜਿਹੜਾ ਸੀ ਤਰਬਕ ਪਿਆ, ਘੋੜਾ ਇੱਕਦਮ ਉਸ ਭੱਠੇ ਦੇ ਵਿੱਚ ਜਾ ਕਰਕੇ ਡਿੱਗਿਆ, ਜਿਹਦੇ ਨਾਲ ਸੁਲਹੀ ਖਾਂ ਘੋੜੇ ਸਮੇਤ ਹੀ ਸੜ ਮਰਿਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੁਆ ਮੂਆ ਨਾ ਪਾਕ। ਇਸ ਤਰ੍ਹਾਂ ਈਰਖਾ ਦੀ ਅਗਨ ਦੇ ਵਿੱਚ ਇਹ ਸੁਲਹੀ ਖਾਂ ਵੀ ਸੜ ਮਰਿਆ, ਔਰ ਈਰਖਾ ਦੀ ਉਸ ਅਗਨ ਦੇ ਵਿੱਚ ਪ੍ਰਿਥੀ ਚੰਦ ਸਾਰੀ ਉਮਰ ਸੜਦਾ ਰਿਹਾ ਵੀ ਕਿਸੇ ਤਰੀਕੇ ਮੈਂ ਇਸ ਗੁਰਤਾ ਗਤੀ ਦੇ ਉੱਤੇ ਬਿਰਾਜਮਾਨ ਹੋਵਾਂ। ਜਦੋਂ ਸਾਰੀਆਂ ਇਸ ਦੀਆਂ ਆਸਾਂ ਖਤਮ ਹੋ ਗਈਆਂ ਤੇ ਇਸ ਨੂੰ ਆਸ ਦੀ ਕਿਰਨ ਆਪਣੇ ਪੁੱਤਰ ਮਿਹਰਬਾਨ ਦੇ ਵਿੱਚੋਂ ਦਿਸੀ, ਪਰ ਮਿਹਰਬਾਨ ਦੇ ਉਸ ਆਸ ਦੇ ਉੱਤੇ ਵੀ ਜਦੋਂ ਮਿੱਟੀ ਪੈ ਗਈ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ। ਤਾਂ ਇਸ ਤਰ੍ਹਾਂ ਜਿਹੜਾ ਇਨਸਾਨ ਈਰਖਾ ਦੇ ਅਧੀਨ ਹੋ ਕਰਕੇ ਕਿਸੇ ਦੇ ਨਾਲ ਈਰਖਾ ਕਰਦਾ ਹੈ, ਉਹ ਆਪਣੇ ਗੁਣਾਂ ਨੂੰ ਸਾੜ ਕੇ ਰੱਖ ਲੈਂਦਾ ਹੈ। ਕਈ ਵਾਰ ਐਸਾ ਵੀ ਹੁੰਦਾ ਹੈ ਕਿ ਮਨੁੱਖ ਆਪ ਹਿੱਲਾਸ਼ੇਰੀ ਦਿੰਦਾ ਕਿ ਤੂੰ ਇਹ ਕੰਮ ਕਰ, ਪਰ ਉਹਦੇ ਕੰਮ ਜਦੋਂ ਕੰਮ ਕਰਦਾ ਹੈ ਤੇ ਉਹਦਾ ਕੰਮ ਚੜ ਜਾਂਦਾ ਹੈ, ਤਾਂ ਫਿਰ ਜਿਹੜਾ ਉਸ ਨੂੰ ਹਿੱਲਾਸ਼ੇਰੀ ਦੇਣ ਵਾਲਾ ਮਨੁੱਖ ਸੀ, ਉਹ ਈਰਖਾ ਦੀ ਅਗਨ ਵਿੱਚ ਸੜਨ ਲੱਗ ਪੈਂਦਾ ਕਿ ਇਹ ਮੈਂ ਤੇ ਇਤਨਾ ਨਹੀਂ ਸੀ ਸੋਚਿਆ ਕਿ ਇਹ ਇੱਥੇ ਤੱਕ ਪਹੁੰਚ ਜਾਏਗਾ, ਇਹ ਤੇ ਮੇਰੇ ਤੋਂ ਵੀ ਅੱਗੇ ਪਹੁੰਚ ਗਿਆ। ਇਸੇ ਤਰ੍ਹਾਂ ਗੁਰ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇੱਕ ਗੋਇੰਦੇ ਨਾਮ ਦਾ ਇੱਕ ਸ਼ਖਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸਤਿਗੁਰੂ ਜੀ, ਬਿਆਸਾ ਨਦੀ ਦੇ ਕਿਨਾਰੇ ਤੇ ਨਗਰ ਵਸਾਓ, ਕਿਉਂਕਿ ਜਰਨੈਲੀ ਸੜਕ ਹੈ, ਬਹੁਤ ਨਗਰ ਜਿਹੜਾ ਹੈ ਉਹ ਵਧੇ ਫੁੱਲੇਗਾ। ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਕੀਤੀ, ਬਾਬਾ ਅਮਰਦਾਸ ਮਹਾਰਾਜ ਜੀ ਦੀ ਡਿਊਟੀ ਲਾਈ ਕਿ ਆਪ ਜੀ ਜਾਓ ਉੱਥੇ ਉਸ ਨਗਰ ਨੂੰ ਵਸਾਓ। ਸਮਾਂ ਪੈਣ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ, ਤੇ ਆਪ ਜੀ ਜਾਲਪਾ ਪਦਾਰਥ ਇਤਰੇ ਗੁਰੂ ਅਮਰਦਾਸ ਡਿਠੇ ਮਿਲੇ। ਗੁਰੂ ਅਮਰਦਾਸ ਬਣ ਕਰਕੇ ਗੋਇੰਦਵਾਲ ਦੀ ਧਰਤੀ ਤੇ ਉੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਕਰਕੇ ਸਿੱਧੇ ਮਾਰਗ ਤੇ ਪਰਮੇਸ਼ਰ ਦੇ ਮਾਰਗ ਤੇ ਤੁਰਨ ਲੱਗ ਪਏ। ਹੌਲੇ ਹੌਲੇ ਆਬਾਦੀ ਇਤਨੀ ਘਣੀ ਹੋ ਗਈ ਔਰ ਨਗਰ ਇਤਨਾ ਵਧਿਆ ਫੁੱਲਿਆ ਕਿ ਸਾਰੇ ਕਾਰੋਬਾਰ ਹੀ ਉਸ ਗੋਇੰਦਵਾਲ ਦੀ ਧਰਤੀ ਤੇ ਹੋਣ ਲੱਗ ਪਿਆ। ਇਹ ਵੇਖ ਕਰਕੇ ਗੋਇੰਦਾ ਜਿਹੜਾ ਸੀ ਉਹ ਮਨ ਹੀ ਮਨ ਸੜਨ ਲੱਗ ਪਿਆ। ਉਹ ਇਹ ਸੋਚਦਾ ਸੀ ਕਿ ਸ਼ਾਇਦ ਇਹ ਕਾਰੋਬਾਰ ਬਹੁਤ ਵੱਡਾ ਹੋ ਚੁੱਕਾ ਹੈ ਤਾਂ ਮੈਨੂੰ ਇਹਦੇ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਨਹੀਂ, ਇਹ ਕੋਈ ਵਪਾਰ ਨਹੀਂ ਹੈ, ਇਹ ਤੇ ਸਗੋਂ ਇੱਕ ਧਰਮ ਦਾ ਕਾਰਜ ਹੈ। ਇਹ ਤੇ ਸੰਸਾਰ ਨੂੰ ਰੱਬੀ ਰਸਤੇ ਤੋਰਨ ਦਾ ਇੱਕ ਮਾਰਗ ਹੈ, ਜਿਹੜਾ ਜਿੱਥੇ ਬੈਠ ਕਰਕੇ ਅਸੀਂ ਇਹ ਮਾਰਗ ਦੱਸ ਰਹੇ ਹਾਂ। ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਤੂੰ ਦੱਸ ਸਕਦਾ ਹੈ। ਤੈਨੂੰ ਦਸਵੰਤ ਦੀ ਮਾਇਆ ਦੇ ਵਿੱਚੋਂ ਤੇਰੀ ਉਹ ਲੋੜ ਪੂਰੀ ਕਰ ਦਿੱਤੀ ਜਾਏਗੀ, ਪਰ ਹਿੱਸੇਦਾਰੀ ਨਹੀਂ ਮਿਲੇਗੀ। ਇਸਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ, ਛੋਟੀ ਛੋਟੀ ਅਦਾਲਤਾਂ ਦੇ ਵਿੱਚ ਵੀ ਗਿਆ, ਪਰ ਅਖੀਰ ਇਸਨੇ ਵੱਡੇ ਹਾਕਮ ਦੇ ਕੋਲ ਪੁਕਾਰ ਕਰਨੀ ਚਾਹੀ। ਪਰ ਉੱਥੇ ਇੱਕ ਸਿਸਟਮ ਹੁੰਦਾ ਸੀ ਕਿ ਜਦੋਂ ਕਿਸੇ ਵੱਡੇ ਹਾਕਮ ਦੇ ਕੋਲ ਪੁਕਾਰ ਕਰਨੀ ਹੁੰਦੀ ਸੀ ਤਾਂ ਇੱਕ ਸਾਂਝੀ ਧਰਮਸ਼ਾਲਾ ਦੇ ਵਿੱਚ ਇੱਕ ਖਲੋਦੜਾ, ਇੱਕ ਕਾਲੇ ਰੰਗ ਦਾ ਚੋਲਾ ਰੱਖਿਆ ਜਾਂਦਾ ਸੀ। ਉਸ ਨੂੰ ਪਹਿਨ ਕਰਕੇ ਕੋਈ ਵੀ ਦੀਨ ਦੁਖੀ, ਕੋਈ ਬਿਮਾਰ, ਕੋਈ ਪੁਕਾਰ ਕਰਨ ਵਾਲਾ ਜਿਹੜਾ ਸੀ, ਜਿਹਨੂੰ ਇਨਸਾਫ ਨਹੀਂ ਸੀ ਮਿਲਦਾ, ਉਸ ਨੂੰ ਪਾ ਕਰਕੇ ਉਹ ਉਸ ਹਾਕਮ ਦੇ ਦਰਬਾਰ ਵਿੱਚ ਜਾ ਸਕਦਾ ਸੀ। ਔਰ ਉਹ ਇਤਨਾ ਕੁਚੀਲ ਹੁੰਦਾ ਸੀ, ਇਤਨਾ ਭੈੜਾ, ਇਤਨਾ ਮੈਲਾ ਹੁੰਦਾ ਸੀ, ਕਿਉਂਕਿ ਹਰ ਕਿਸੇ ਨੇ ਵਰਤਿਆ ਹੁੰਦਾ ਸੀ। ਉਹਦੇ ਵਿੱਚੋਂ ਬੋ ਆਉਂਦੀ ਸੀ, ਜੂਆਂ ਪਈਆਂ ਹੁੰਦੀਆਂ ਸੀ ਉਸ ਚੋਲੇ ਦੇ ਵਿੱਚੋਂ। ਔਰ ਕਈ ਬੰਦੇ ਇਸ ਕਰਕੇ ਨਹੀਂ ਸੀ ਪਾਉਂਦੇ ਕਿਉਂਕਿ ਬੜਾ ਮੈਲਾ ਕਚੈਲਾ ਹੈ, ਕਿਵੇਂ ਪਾਈਏ, ਤੇ ਜੇ ਪਾ ਕੇ ਚਲੇ ਵੀ ਗਏ ਤੇ ਇਨਸਾਫ ਨਾ ਮਿਲਿਆ ਤੇ ਬੇਇੱਜ਼ਤੀ ਬੜੀ ਹੋਵੇਗੀ, ਲੋਕੀ ਹੱਸਣਗੇ। ਪਰ ਗੋਵਿੰਦੇ ਨੇ ਕੀ ਕੀਤਾ, ਆਪਣੇ ਨੌਕਰ ਨੂੰ ਇਹ ਖਲੋਦੜਾ ਪਾ ਕਰਕੇ ਉਸ ਹਾਕਮ ਦੇ ਦਰਬਾਰ ਦੇ ਵਿੱਚ ਪੁਕਾਰ ਕੀਤੀ। ਪਰ ਜਦੋਂ ਸਾਰੀ ਛਾਣਬੀਣ ਹੋਈ, ਉੱਥੇ ਵੀ ਉਸ ਗੋਇੰਦੇ ਨੂੰ ਝਿੜਕਾਂ ਖਾਣੀਆਂ ਪਈਆਂ। ਅਖੀਰ ਮੂੰਹ ਦੀ ਖਾ ਕਰਕੇ ਇਹ ਵਾਪਸ ਮੁੜਿਆ। ਜਿਹੜਾ ਇਰਖਾਲੂ ਹੈ, ਉਹ ਆਪਣੀ ਦੁਨੀਆ ਦੇ ਵਿੱਚ
ਆਪ ਹੀ ਆਪਣੇ ਜੀਵਨ ਨੂੰ ਅੱਗ ਲਾ ਕੇ ਰੱਖਦਾ ਹੈ। ਔਰ ਇਹਦਾ ਪਰਿਵਾਰ ਵੀ ਬਹੁਤ ਵੱਡਾ ਹੁੰਦਾ ਹੈ। ਇਹਦਾ ਜਿਹੜਾ ਪਰਿਵਾਰ ਹੈ ਨਾ, ਇਹ ਇਸ ਨੂੰ ਈਰਖਾ ਦੀ ਅੱਗ ਨੂੰ ਜਿਹੜਾ ਹੈ ਸ਼ਾਂਤ ਨਹੀਂ ਹੋਣ ਦਿੰਦਾ, ਕਿਉਂਕਿ ਕਾਮ, ਕ੍ਰੋਧ, ਲੋਭ, ਹੰਕਾਰ ਵਰਗੇ ਜਿਹੜੇ ਇਹ ਵਿਕਾਰ ਨੇ, ਇਹ ਲੱਕੜਾਂ ਢੋ ਢੋ ਕੇ ਲਿਆਉਂਦੇ ਨੇ ਤੇ ਇਹਦੇ ਈਰਖਾ ਨੂੰ ਹੋਰ ਸਗੋਂ ਮਚਾਈ ਜਾਂਦੇ ਨੇ, ਘੱਟ ਨਹੀਂ ਹੋਣ ਦਿੰਦੇ। ਸੋਹਣ ਸਿੰਘ ਸ਼ੀਤਲ ਦਾ 20ਵੀਂ ਸਦੀ ਦੇ ਵਿੱਚ ਬਹੁਤ ਵੱਡਾ ਇੱਕ ਨਾਮ ਹੈ ਸਿੱਖਾਂ ਦੇ ਵਿੱਚ, ਜਿਨ੍ਹਾਂ ਨੇ ਗੁਰ ਇਤਿਹਾਸ ਬੜੇ ਪਿਆਰ ਦੇ ਨਾਲ ਲਿਖਿਆ ਔਰ ਬੜੀ ਭਾਵਨਾ ਦੇ ਨਾਲ ਲਿਖਿਆ। ਕਹਿੰਦੇ ਨੇ ਕਿ ਸੋਹਣ ਸਿੰਘ ਸ਼ੀਤਲ ਜੀ ਨੇ ਆਪਣੀ ਇੱਕ ਜੋ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਦੀ ਜਿਹੜੀ ਇੱਕ ਘਟਨਾ ਉਹਨਾਂ ਨੇ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਮੈਂ ਘਰ ਤੋਂ ਬਾਹਰ, ਕਿਉਂਕਿ ਥੋੜਾ ਬਹੁਤ ਉਹਨਾਂ ਕੋਲ ਜ਼ਮੀਨ ਸੀ ਤੇ ਘਰ ਦੇ ਵਿੱਚ ਖੇਤੀਬਾੜੀ ਸੀ, ਤੇ ਖੇਤੀਬਾੜੀ ਬੀਜ ਕਰਕੇ ਜਦੋਂ ਬਾਹਰ ਕਿਤੇ ਕਿਤੇ ਦੀਵਾਨ ਲਾਉਣ ਵਾਸਤੇ ਜਾਂਦੇ ਸਾਂ, ਤਾਂ ਉਸ ਵੇਲੇ ਸੋਹਣ ਸਿੰਘ ਸ਼ੀਤਲ ਜੀ ਕਹਿੰਦੇ ਕਿ ਮੇਰੀ ਫਸਲ ਨੂੰ ਕੋਈ ਤਬਾਹ ਕਰ ਦਿੰਦਾ ਸੀ, ਬਰਬਾਦ ਕਰ ਦਿੰਦਾ ਸੀ। ਘਰ ਮੁੜਨਾ ਤੇ ਵੇਖਣਾ ਫਸਲ ਬਰਬਾਦ ਹੋ ਗਈ, ਕਿਸੇ ਨੇ ਬਰਬਾਦ ਕਰ ਦਿੱਤੀ ਹੈ, ਡੰਗਰ ਛੱਡ ਦਿੱਤੇ ਨੇ, ਕਿਸੇ ਨੇ ਅੱਗ ਲਾ ਦਿੱਤੀ ਹੈ। ਤਾਂ ਕਹਿੰਦੇ ਨੇ ਇੱਕ ਨਗਰ ਦੇ ਵਿੱਚ ਅੱਜ ਸੋਹਣ ਸਿੰਘ ਸ਼ੀਤਲ ਜੀ ਗਏ, ਉੱਥੇ ਜਾ ਕਰਕੇ ਉਹਨਾਂ ਨੇ ਇੱਕ ਇਤਿਹਾਸ ਸੁਣਾਇਆ ਕਿ ਖਾਲਸਾ ਰਾਜ ਕਿਵੇਂ ਗਿਆ, ਤੇ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਮਹਾਰਾਜ ਰਣਜੀਤ ਸਿੰਘ ਜੀ ਦਾ ਇਤਿਹਾਸ ਸੁਣਾਇਆ, ਤੇ ਹਰ ਅੱਖ ਜਿਹੜੀ ਸੀ ਨਮ ਹੋ ਗਈ। ਤੇ ਉਹਦੇ ਵਿੱਚ ਜਿਹੜੇ ਉਹ ਵੀ ਲੋਕ ਬੈਠੇ ਸਨ ਜਿਹੜੇ ਸੋਹਣ ਸਿੰਘ ਸ਼ੀਤਲ ਦੇ ਨਾਲ ਈਰਖਾ ਕਰਦੇ ਸਨ, ਪਰ ਸੋਹਣ ਸਿੰਘ ਸ਼ੀਤਲ ਜੀ ਹਮੇਸ਼ਾ ਸ਼ੀਤਲ ਹੀ ਰਹੇ। ਉਹਨਾਂ ਨੇ ਆ ਕਰਕੇ ਸੋਹਣ ਸਿੰਘ ਸ਼ੀਤਲ ਨੂੰ ਇੱਕ ਗੱਲ ਕਹੀ ਕਿ ਆਪ ਜੀ ਦਾ ਇਤਿਹਾਸ ਸੁਣ ਕਰਕੇ ਅੱਜ ਸਾਡੇ ਅੰਦਰੋਂ ਜਿਹੜੀ ਸਾਡੀ ਮੈਲ ਸੀ ਤੁਸੀਂ ਧੋ ਕੇ ਰੱਖ ਦਿੱਤੀ ਹੈ। ਅਸੀਂ ਉਹੀ ਸ਼ਖਸ ਹਾਂ ਜਿਹੜੇ ਕਿ ਤੁਹਾਡੇ ਨਾਲ ਈਰਖਾ ਕਰਦੇ ਸਾਂ, ਤੁਹਾਡੀ ਫਸਲ ਨੂੰ ਬਰਬਾਦ ਕਰਦੇ ਸਾਂ, ਪਰ ਅੱਜ ਤੋਂ ਅਸੀਂ ਤੁਹਾਡੇ ਕੋਲੋਂ ਖਿਮਾ ਮੰਗਦੇ ਹਾਂ। ਅੱਜ ਤੋਂ ਬਾਅਦ ਅਸੀਂ ਤੁਹਾਡੀ ਫਸਲ ਬਰਬਾਦ ਕੀ, ਅਸੀਂ ਸਗੋਂ ਤੁਹਾਡੀ ਫਸਲ ਦੀ ਰਾਖੀ ਕਰਿਆ ਕਰਾਂਗੇ, ਕਿਉਂਕਿ ਸਾਨੂੰ ਨਹੀਂ ਸੀ ਪਤਾ ਕਿ ਤੁਹਾਡਾ ਮਨ ਇਤਨਾ ਪਾਵਨ ਪਵਿੱਤਰ ਹੈ। ਅਸੀਂ ਤੁਹਾਡੇ ਨਾਲ ਧਰੋਹ ਕਮਾ ਕਰਕੇ ਆਪ ਹੀ ਆਪਣੀ ਉਸ ਜੀਵਨ ਦੇ ਵਿੱਚ ਸੜਦੇ ਰਹਿੰਦੇ ਸੀ, ਪਰ ਅੱਜ ਇਤਿਹਾਸ ਸੁਣ ਕਰਕੇ, ਅੱਜ ਤੁਹਾਡੇ ਜੀਵਨ ਨੂੰ ਵੇਖ ਕਰਕੇ ਸਾਡੇ ਮਨਾਂ ਵਿੱਚ ਤਬਦੀਲੀ ਆਈ ਹੈ। ਅਸੀਂ ਤੁਹਾਡੇ ਗੁਨਾਹਗਾਰ ਹਾਂ, ਸਾਨੂੰ ਖਿਮਾ ਕਰੋ। ਸੋਹਣ ਸਿੰਘ ਸ਼ੀਤਲ ਜੀ ਨੇ ਉਸ ਵੇਲੇ ਉਹਨਾਂ ਨੂੰ ਖਿਮਾ ਕਰ ਦਿੱਤਾ। ਤਾਂ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਜਦੋਂ ਇਨਸਾਨ ਕਿਸੇ ਚੰਗੀ ਸੋਭਤ ਵਿੱਚ ਆ ਜਾਂਦਾ ਹੈ ਤਾਂ ਆਪਣੇ ਹਿਰਦੇ ਦੇ ਵਿੱਚੋਂ ਈਰਖਾ ਕੱਢ ਕਰਕੇ ਜਦੋਂ ਭਲਾ ਭਲਾ ਕਹਿਣ ਲੱਗ ਪੈਂਦਾ ਤਾਂ ਉਸ ਵੇਲੇ ਉਹਦਾ ਆਪਣਾ ਤੇ ਭਲਾ ਹੁੰਦਾ ਹੀ ਹੁੰਦਾ ਹੈ, ਤੇ ਸੰਸਾਰ ਦਾ ਵੀ ਭਲਾ ਹੋ ਜਾਂਦਾ ਹੈ। ਉਹਦੇ ਨਾਲ ਜਿਹੜੇ ਉਹਦੇ ਆਪਣੇ ਪਰਿਵਾਰ ਦੇ ਜੀ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਉਹਨਾਂ ਨੇ ਕੁੱਲਾਂ ਦਾ ਵੀ ਉਧਾਰ ਹੋ ਜਾਇਆ ਕਰਦਾ ਹੈ। ਤਾਂ ਫਰੀਦ ਸਾਹਿਬ ਜੀ ਕਹਿੰਦੇ ਨੇ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਇਹ ਸਤਿਗੁਰ ਜੀ ਸਾਡੇ ਤੇ ਬਖਸ਼ਿਸ਼ ਕਰਨ, ਅਸੀਂ ਵੀ ਆਪਣੇ ਮਨ ਦੇ ਵਿੱਚੋਂ ਈਰਖਾ ਕੱਢ ਕਰਕੇ, ਦਵੈਸ਼ ਕੱਢ ਕਰਕੇ, ਗੁਰੂ ਦੀ ਬਾਣੀ ਦੇ ਅਨੁਸਾਰ ਚੱਲ ਕਰਕੇ ਸਾਰਿਆਂ ਦੇ ਨਾਲ ਪ੍ਰੇਮ ਕਰੀਏ, ਤਾਂ ਹੀ ਅਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।